ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 19ਵੀਂ ਤੇ ਪਦ ਦੂਜਾ ਵਿਚਾਰਨ ਜਾ ਰਹੇ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਨਸਾਨ ਇੰਨਾ ਅਕਲਮੰਦ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਨੂੰ ਹੂੰ ਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਉਹਨਾਂ ਵਿਚਾਰ ਉੱਠਦਾ ਹੈ ਪ੍ਰਾਣੀ ਦੇ ਵਿੱਚ, ਓਨਾ ਹੀ ਸੁਣ ਸਕਦਾ ਹੈ ਤੇ ਓਨਾ ਹੀ ਬੋਲ ਸਕਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ ਲੋਕਾਈ ਦੇ ਉੱਤੇ। ਸੁਖਮਣੀ ਸਾਹਿਬ ਦੀ ਰਚਨਾ ਕਰਕੇ ਸੁਖ ਮਣੀ, ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਸਾਗਰ, ਮਾਇਆ ਦਾ ਸਤਾਇਆ ਹੋਇਆ ਪ੍ਰਾਣੀ, ਮਾਇਆ ਦਾ ਅਸ਼ਾਂਤ ਕੀਤਾ ਹੋਇਆ ਹਿਰਦਾ ਮਨੁੱਖ ਦਾ ਬਾਣੀ ਦੇ ਨਾਲ ਠਰਦਾ ਹੈ, ਸ਼ਾਂਤ ਹੋ ਜਾਂਦਾ ਹੈ, ਠੰਡਕ ਮਿਲਦੀ ਹੈ। ਪ੍ਰਾਣੀ ਚੱਲਤ ਹੈ, ਸਮਾਂ ਬਦਲਦਾ ਹੈ, ਦੋਨੇ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਹਨ। ਪ੍ਰਾਣੀ ਨੇ ਸਮਾਂ ਆਪਣੇ ਲਾਭ ਲਈ ਬਣਾਇਆ ਹੈ, ਮਿਣਤੀ ਗਿਣਤੀ ਕਰਨ ਦੇ ਲਈ। ਮਿਣਤੀ ਉਹੀ ਕਰਦਾ ਹੈ ਜਿਹੜਾ ਛੋਟਾ ਹੋਵੇ, ਮਿਣਤੀ ਉਹਨੂੰ ਹੀ ਪਾਉਂਦੀ ਹੈ ਜਿਹੜਾ ਟੈਂਪਰੇਰੀ ਹੋਵੇ, ਅਸਥਾਈ ਹੋਵੇ, ਜਾਣ ਵਾਲਾ ਹੋਵੇ। ਇਨਸਾਨ ਅਸਥਾਈ ਹੈ, ਵਿਛੜਨ ਵਾਲਾ ਹੈ, ਸੋ ਮਿਣਤੀ ਗਿਣਤੀ ਉਹਦੇ ਫਿੱਟ ਆਉਂਦੀ ਹੈ। ਇਸੇ ਕਾਰਨ ਕਰਕੇ ਉਹਨੇ ਸਮੇਂ ਦੀ ਖੋਜ ਕੀਤੀ ਹੈ। ਪ੍ਰਭੂ ਨੂੰ ਸਮੇਂ ਦੀ ਲੋੜ ਨਹੀਂ ਹੈ, ਸਮਾਂ ਢੁਕਦਾ ਹੀ ਨਹੀਂ। ਕੀ ਕਰੇਗਾ ਸਮਾਂ ਪ੍ਰਭੂ ਦੇ ਅੱਗੇ? ਕੀ ਮਿਲੇਗਾ, ਕੀ ਗਿਣੇਗਾ? ਸਮਾਂ ਬੜਾ ਛੋਟਾ ਹੈ, ਪ੍ਰਭੂ ਬਹੁਤ ਵੱਡਾ ਹੈ। ਗਿਣਦਾ ਗਿਣਦਾ ਮਿਣਦਾ ਮਿਣਦਾ ਸਮਾਂ ਥੱਕ ਜਾਵੇਗਾ। ਪ੍ਰਭੂ ਸੇਮ ਆਦ ਸੱਚ, ਜਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਜੋੜਿਆ ਹੈ ਪ੍ਰਾਣੀ ਨੂੰ ਪ੍ਰਭੂ ਦੇ ਨਾਲ। ਪ੍ਰਾਣੀ ਨੂੰ ਮਸ਼ੱਕਤ ਕਰਨੀ ਪਵੇਗੀ ਹੀ। ਜਦ ਕੁਝ ਪਾਉਣਾ ਹੈ ਤਾਂ ਗਵਾਉਣਾ ਪੈਂਦਾ ਹੀ ਹੈ। ਪ੍ਰਾਣੀ ਨੇ ਜੇ ਅਟਲ ਅਕਾਲ ਬਣਨਾ ਹੈ ਤਾਂ ਉਹਨੂੰ ਘਾਲਣੀ ਪਵੇਗੀ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ ਦੀ ਰਚਨਾ ਕੀਤੀ ਹੈ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਇਸੇ ਕਰਕੇ ਹੀ ਇਸ ਨੂੰ ਅਸ਼ਟਪਦੀ ਕਰਕੇ ਬਿਆਨਿਆ ਹੈ। 8 ਵਾਲੀ ਪਦੀ ਅਸ਼ਟਪਦੀ। ਦੂਸਰੇ ਪਾਸੇ ਪ੍ਰਾਣੀ ਸਮੇਂ ਦੀ ਕਿਰਿਆ ਦੇ ਮੁਤਾਬਕ ਦਿਨ ਰਾਤ 8 ਪਹਿਰ 24 ਘੰਟੇ ਦੇ ਵਿੱਚ 24,000 ਸਵਾਸ ਲੈਂਦਾ ਹੈ। ਦੂਸਰੇ ਪਾਸੇ 24,000 ਅੱਖਰ ਹਨ ਸੁਖਮਣੀ ਸਾਹਿਬ ਦੇ।
8 ਪਦ 8 ਪਹਿਰਾਂ ਨਾਲ ਮੇਲ ਖਾਂਦੇ ਹਨ। ਜਾਣੀ ਕਿ ਪ੍ਰਭੂ ਨੇ, ਪਰਮੇਸ਼ਰ ਨੇ ਇਨਸਾਨ ਨੂੰ 24 ਘੰਟੇ ਦੇ ਵਿੱਚ ਹਰ ਪਲ ਹਰ ਛਿਨ ਸੱਚੇ ਪਾਤਸ਼ਾਹ ਦੀ ਅਰਾਧਨਾ ਕਰਨ ਦਾ ਬਿਉਂਤ ਤਰੀਕਾ ਸਮਝਾਇਆ ਹੈ ਕਿ ਪ੍ਰਾਣੀ ਜਦ ਸਵਾਸ ਤੇਰੇ ਅੰਦਰ ਜਾਂਦਾ ਹੈ, ਤੇਰੀ ਜੀਵਨ ਕਿਰਿਆ ਨੂੰ ਬਖਸ਼ਦਾ ਹੈ, ਹਰ ਮੌਕੇ ਉਹਦਾ ਧੰਨਵਾਦ ਕਰਦਿਆ ਕਰ, ਉਹਦਾ ਸ਼ੁਕਰਾਨਾ ਕਰਦਿਆ ਕਰ। ਤੇਰਾ ਕੋਈ ਮੁੱਲ ਨਹੀਂ ਲੱਗਦਾ। ਉਹ ਦਿਆਲੂ ਹੈ, ਕਿਰਪਾਲੂ ਹੈ, ਤੇਰੇ ਉੱਤੇ ਡੁੱਲ ਜਾਵੇਗਾ, ਤੈਨੂੰ ਬੜਮੁੱਲਾ ਬਣਾ ਲਵੇਗਾ। ਪ੍ਰਾਣੀ ਮਸ਼ੱਕਤ ਕਰਦਾ ਹੈ, ਉਹ ਆਪਣੇ ਆਪ ਦੇ ਵਿੱਚ ਸਮੋ ਲੈਂਦਾ ਹੈ। ਜਿੱਥੋਂ ਪੈਦਾ ਹੋਇਆ ਹੈ, ਜਿੱਥੋਂ ਬਣਿਆ ਹੈ, ਉਹਦੇ ਵਿੱਚ ਹੀ ਮਿਲ ਜਾਂਦਾ ਹੈ। ਦਹੀਂ ਦੀ ਤਰ੍ਹਾਂ ਦਹੀਂ ਦੁੱਧ ਤੋਂ ਜੁਦਾ ਹੋ ਜਾਂਦਾ ਹੈ, ਫਿਰ ਹੋਰ ਦਹੀਂ ਬਣਾਉਣ ਦੇ ਲਈ ਰਤੀ ਭਰ ਦਹੀਂ ਨੂੰ ਦੁੱਧ ਦੇ ਵਿੱਚ ਮਿਲਾਇਆ ਜਾਂਦਾ ਹੈ। ਹੁਣ ਉਹ ਥੋੜ੍ਹਾ ਜਿਹਾ ਦਹੀਂ ਸਾਰੇ ਦੁੱਧ ਨੂੰ ਫਿਰ ਦਹੀਂ ਬਣਾ ਦਿੰਦਾ ਹੈ। ਇਹ ਕਿਰਿਆ ਚੱਲਦੀ ਰਹਿੰਦੀ ਹੈ। ਬੇਸ਼ੱਕ ਮਨੁੱਖ ਵਿਲੱਖਣ ਹੈ, ਵੱਖਰਾ ਹੈ ਪ੍ਰਭੂ ਦੇ ਨਾਲ, ਪਰ ਕੰਪੈਟੇਬਲ ਹੈ, ਉਹਦੇ ਵਿੱਚੋਂ ਜੁਦਾ ਹੋਇਆ ਹੈ, ਉਹਦਾ ਮਾਡਲ ਹੈ, ਅਤੇ ਉਹਦੇ ਵਿੱਚ ਸਮੋਣ ਦੇ ਲਈ ਕੋਈ ਵੀ ਉਹਨੂੰ ਸਮੱਸਿਆ ਨਹੀਂ ਹੋ ਸਕਦੀ। ਸਿਰਫ ਅਤੇ ਸਿਰਫ ਉਹ ਪ੍ਰਕਿਰਿਆ ਦੇ ਵਿੱਚ ਹੀ ਗੁਜ਼ਰਦਾ ਹੋਵੇਗਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਿਸ ਧਨ ਕੋ 4 ਕੁੰਠ ਉਠ ਧਾਵੈ, ਸੋ ਤਨ ਹਰ ਸੇਵਾ ਤੇ ਪਾਵੈ। ਪ੍ਰਾਣੀ ਜਿਹੜੇ ਪਦਾਰਥ ਨੂੰ ਤੂੰ ਲੱਭਦਾ ਚਾਰੇ ਪਾਸੇ ਭੱਜਿਆ ਫਿਰਦਾ, ਅਸਲ 'ਚ ਉਹ ਧਨ ਪਿਆਰੇ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਤੈਨੂੰ ਇਹ ਲੱਗਦਾ ਹੈ, ਲੱਗਦਾ ਹੀ ਨਹੀਂ, ਤੈਨੂੰ ਯਕੀਨ ਹੈ ਕਿ ਮਾਇਆ ਕਮਾਉਣ ਨਾਲ ਉਹ ਧਨ ਤੈਨੂੰ ਮਿਲ ਜਾਵੇਗਾ। ਇਹ ਤੇਰੀ ਵੱਡੀ ਭੁੱਲ ਹੈ। ਉਹ ਧਨ ਹੀ ਨਹੀਂ, ਜਿਹੜਾ ਮਾਇਆ ਤੈਨੂੰ ਝਾਂਸਾ ਦਿੰਦੀ ਹੈ, ਉਹ ਧਨ ਦਾ ਅਤੇ ਸੁਖਾਵੀ ਧਨ ਦਾ, ਇਲਾਹੀ ਧਨ ਦਾ ਬਹੁਤ ਫਰਕ ਹੈ, ਬਹੁਤ ਅੰਤਰ ਹੈ। ਮਾਇਆ ਦਾ ਧਨ ਦੁਨੀਆ ਦੇ ਵਿੱਚ ਰਹਿੰਦੇ ਹੋਏ ਇੱਕ ਹੱਥ ਤੋਂ ਦੂਸਰੇ ਹੱਥ ਦੇ ਵਿੱਚ ਤੁਰਦਾ ਫਿਰਦਾ ਹੈ, ਭਟਕਦਾ ਫਿਰਦਾ ਹੈ, ਜੇਬਾਂ ਬਦਲਦਾ ਹੈ, ਘਰ ਬਦਲਦਾ ਹੈ, ਅਕਾਊਂਟ ਬਦਲਦਾ ਹੈ, ਪਰ ਸੇਵਾ ਵਾਲਾ ਧਨ ਜਿਹਨੂੰ ਮਿਲ ਗਿਆ, ਉਹਦੇ ਨਾਲ ਪੱਕਾ ਜਰਾਨਾ ਪਾ ਲਿਆ, ਹਮੇਸ਼ਾ ਦੇ ਲਈ ਦੋਸਤੀ। ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਤਰ੍ਹਾਂ ਟੁੱਟਦੀ ਨਹੀਂ ਹੈ। ਅਤੇ ਫਿਰ ਉਹ ਧਨ ਹੈ ਜਿਹੜਾ ਨਾਲ ਹੀ ਜਾਂਦਾ ਹੈ। ਮਾਇਆ ਦਾ ਧਨ ਇੱਥੇ ਰਹਿ ਜਾਂਦਾ ਹੈ, ਬਗਾਨਿਆਂ ਕੋਲੋਂ ਆਇਆ ਸੀ, ਚਾਰ ਪਲ ਕੋਲ ਰਹਿ ਗਿਆ, ਜੇਬਾਂ ਗਰਮ ਕਰ ਗਿਆ, ਅਤੇ ਫਿਰ ਮਰਨ ਤੋਂ ਬਾਅਦ ਬਗਾਨਿਆਂ ਦੇ ਕੋਲ ਮੁੜ ਕੇ ਚਲੇ ਗਿਆ। ਕੱਚਾ ਕਹਿੰਦੇ, ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ। ਇਸ ਤਰ੍ਹਾਂ ਦੇ ਕੱਚੇ ਧਨ ਦੀ
ਕੀ ਸਿਫਤ ਕਰੇਗਾ ਪ੍ਰਾਣੀ। ਕੱਚਾ ਡੋਬ ਦਿੰਦਾ ਹੈ, ਅੱਧ ਵਿਚਕਾਰ ਪੱਕਾ ਤਾਰ ਦਿੰਦਾ ਹੈ, ਆੜੀ ਨਿਭਾ ਦਿੰਦਾ ਹੈ, ਪਾਰ ਲਗਾ ਦਿੰਦਾ ਹੈ। ਤੇਰੇ ਮਨ ਦੇ ਵਿੱਚ ਪ੍ਰਭੂ ਵਸਦਾ ਹੈ, ਤੈਂ ਉਹ ਮਹਾ ਆਨੰਦ ਪ੍ਰਾਪਤ ਕੀਤਾ ਹੋਇਆ ਹੈ, ਤੈਨੂੰ ਉਹਦਾ ਸਵਾਦ ਹੈ। ਤੇਰੇ ਸਰੀਰ ਦੇ ਵਿੱਚ ਉਹ ਵਸਿਆ ਹੋਇਆ ਹੈ, ਪਰ ਤੈਨੂੰ ਲੱਭਦਾ ਨਹੀਂ। ਜਦੋਂ ਤੂੰ ਉਹਦੇ ਨਾਲੋਂ ਵਿਛੜਿਆ ਸੀ, ਉਸ ਵੇਲੇ ਤੂੰ ਉਹਦਾ ਸਵਾਦ ਚੱਖਿਆ ਸੀ, ਉਹ ਮਹਾ ਆਨੰਦ ਦਾ। ਤੈਨੂੰ ਭਲੀ ਭਾਂਤ ਅਜੇ ਤੱਕ ਯਾਦ ਹੈ। ਇਸੇ ਕਰਕੇ ਹੀ ਤੂੰ ਟੱਕਰਾਂ ਮਾਰਦਾ ਫਿਰਦਾ ਹੈ ਕਿ ਸ਼ਾਇਦ ਇਹ ਤਾਂ ਨਹੀਂ ਹੈ ਮਾਇਆ ਵਾਲਾ। ਪਿਆਰਿਆ, ਮਾਇਆ ਵਾਲਾ ਧਨ ਕਿਸੇ ਨੂੰ ਚੈਨ ਨਹੀਂ ਦਿੰਦਾ। ਜਿਹੜੇ ਸੁੱਖ ਨੂੰ ਤੂੰ ਲੱਭਦਾ ਫਿਰਦਾ, ਉਹ ਸੁੱਖ ਹੈ ਹੀ ਨਹੀਂ ਮਾਇਆ ਦੇ ਕੋਲ, ਦਵੇਗੀ ਕਿੱਥੋਂ। ਜਿਸ ਸੁੱਖ ਕੋ ਨਿਤ ਬਾਦਸ਼ਾਹ ਬੀਤ, ਸੋ ਸੁੱਖ ਸਾਧੂ ਸੰਗ ਪ੍ਰੀਤ। ਸੁੱਖ ਦੀ ਪਰਿਭਾਸ਼ਾ ਪੇਨਲੈਸ, ਫੀਅਰਲੈਸ, ਐਨਵੀਲੈਸ, ਬੋਡੀਲੈਸ। ਜਦੋਂ ਸਾਰੇ ਹੀ ਲੈਸ ਇਕੱਠੇ ਹੋ ਜਾਣ, ਫਿਰ ਪ੍ਰਭੂ ਦਾ ਮਿਲਾਪ ਹੁੰਦਾ। ਜੇ ਅਜੇ ਵੀ ਬਾਕੀ ਕੁਝ ਹੈ, ਪ੍ਰਭੂ ਨਹੀਂ ਮਿਲਦਾ। ਮਿਲੇ ਵੀ ਕਦੋਂ ਤੇ ਮਿਲੇ ਵੀ ਕਿਉਂ। ਜਿਹੜੀ ਮੈਂ ਨੂੰ ਪ੍ਰਭੂ ਪਸੰਦ ਨਹੀਂ ਕਰਦਾ, ਉਹ ਮੈਂ ਅਜੇ ਬਰਕਰਾਰ ਹੈ, ਜਾਗਤ ਹੈ। ਪ੍ਰੀਤਮ ਪਿਆਰਾ ਉਸ ਮੈਂ ਨੂੰ ਪਸੰਦ ਨਹੀਂ ਕਰਦਾ, ਜਿਹੜੀ ਮੈਂ ਪਦਾਰਥ ਇਕੱਠਾ ਕਰਨ ਉੱਤੇ ਲੱਗੀ ਹੋਵੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਿਸ ਸੁੱਖ ਕੋ ਨਿਤ ਬਾਦਸ਼ਾਹ ਮੀਤ। ਜਿਹੜੇ ਸੁੱਖ ਨੂੰ, ਜਿਹੜੇ ਆਰਾਮ ਨੂੰ ਹਰ ਰੋਜ਼ ਹੀ ਢੂੰਡਦਾ ਹੈ, ਜਿਹੜੀ ਮਹਾ ਸ਼ਾਂਤੀ ਨੂੰ ਹਰ ਰੋਜ਼ ਹੀ ਲੱਭਦਾ ਹੈ, ਉਹ ਪਦਾਰਥ ਦੇ ਵਿੱਚ ਨਹੀਂ ਹੈ। ਪਿਆਰਿਆ, ਮੇਰੇ ਮਿੱਤਰਾ, ਸੱਚੇ ਪਾਤਸ਼ਾਹ ਜਵਾਬ ਦਿੰਦੇ ਹਨ, ਕਿੱਥੋਂ ਮਿਲਦੀ ਹੈ ਉਹ ਠੰਡਕ। ਸੋ ਸੁੱਖ ਸਾਧੂ ਸੰਗ ਪ੍ਰੀਤ। ਜੇ ਉਹਦੇ ਪਿਆਰਿਆਂ ਨਾਲ, ਜਿਨ੍ਹਾਂ ਨੇ ਉਹਨੂੰ ਪਾ ਲਿਆ ਹੈ, ਅਪਣਾ ਲਿਆ ਹੈ, ਤੂੰ ਦੋਸਤੀ ਕਰ ਲਵੇਂ, ਉਹਨਾਂ ਦਾ ਮਿੱਤਰ ਬਣ ਜਾਵੇ, ਤਾਂ ਤੈਨੂੰ ਉਹ ਸੁੱਖ ਪ੍ਰਾਪਤ ਹੋ ਜਾਵੇਗਾ। ਸਾਧੂਆਂ ਦੀ ਸੰਗਤ ਦੇ ਨਾਲ, ਪਿਆਰਿਆਂ ਦੀ ਦੋਸਤੀ ਦੇ ਨਾਲ। ਜਿਸ ਸੋਭਾ ਕੋ ਕਰੇ ਭਲੀ ਕਰਦੀ, ਸਾ ਸੋਭਾ ਭਜ ਹਰ ਕੀ ਸ਼ਰਦੀ। ਗੁਰੂ ਪਿਆਰਿਓ, ਇਨਸਾਨ ਬੜਾ ਸੰਘਰਸ਼ ਕਰਦਾ ਹੈ ਦੁਨੀਆ ਨੂੰ ਦੱਸਣ ਦੇ ਲਈ ਆਪਣੀ ਯੋਗਤਾ। ਪੈਸਾ ਕਮਾਉਂਦਾ ਹੈ, ਧਨ ਜੋੜਦਾ ਹੈ, ਆਪਣਾ ਨਾਂ ਬਣਾਉਂਦਾ ਹੈ, ਲੋਕਾਂ ਦੇ ਵਿੱਚ ਦਾਨੀ ਬਣਦਾ ਹੈ, ਤਾਂ ਕਿ ਲੋਕਾਂ ਉੱਤੇ ਪ੍ਰਭਾਵ ਪੈ ਜਾਵੇ ਕਿ ਪ੍ਰਾਣੀ ਮਾੜਾ ਨਹੀਂ ਹੈ, ਸਾਂਭਣ ਯੋਗ ਹੈ, ਸਮਾਜ ਦੇ ਕੰਮ ਆਉਣ ਵਾਲਾ ਹੈ, ਸਮਾਜ ਸੇਵੀ ਹੈ, ਕਿਸੇ ਦਾ ਕੁਝ ਵਿਗਾੜਦਾ ਨਹੀਂ।
ਜਿੰਨਾ ਹੁੰਦਾ ਹੈ ਗਰੀਬਾਂ ਦਾ ਸਵਾਰਦਾ ਹੈ। ਇਸ ਸੋਭਾ ਨੂੰ ਇਨਸਾਨ ਆਪਣੀ ਪ੍ਰਭਤਾ ਸਮਝਦਾ ਹੈ, ਆਪਣਾ ਇਸ਼ਟ ਮੰਨਦਾ ਹੈ, ਉਹਦਾ ਮਾਈਂਡ ਸੈੱਟ ਹੋ ਚੁੱਕਿਆ ਹੈ ਕਿ ਇਸ ਤਰ੍ਹਾਂ ਮੈਂ ਭਲਾ ਬਣ ਜਾਵਾਂਗਾ। ਇਹਨੂੰ ਉਹ ਭਲੀ ਕਰਨੀ ਕਹਿੰਦਾ ਹੈ। ਇਸ ਮਿਸ਼ਨ ਨੂੰ ਅੱਗੇ ਰੱਖ ਕੇ ਉਹ ਕੰਮ ਕਰਦਾ ਹੈ, ਮਸ਼ੱਕਤ ਕਰਦਾ ਹੈ, ਕਿਉਂਕਿ ਉਹਦੇ ਦਿਲ ਦੇ ਵਿੱਚ ਇਹ ਝਾਕ ਹੈ, ਇਹ ਆਸ ਹੈ ਕਿ ਇਸ ਸੇਵਾ ਦੇ ਨਾਲ ਮੈਂ ਪਾਰ ਲੰਘ ਜਾਵਾਂਗਾ। ਪਰ ਇੱਥੇ ਇਹ ਸਵਾਲ ਹੈ ਕਿ ਉਹ ਸੇਵਾ ਆਪ ਦੀ ਕਰ ਰਿਹਾ ਹੈ ਜਾਂ ਲੋਕਾਂ ਦੀ ਕਰ ਰਿਹਾ ਹੈ, ਜਾਂ ਗਰੀਬਾਂ ਦਾ ਭਲਾ ਕਰ ਰਿਹਾ ਹੈ, ਜਾਂ ਆਪਣਾ ਨਾਂ ਬਣਾਉਣ ਦੇ ਲਈ ਆਪਣਾ ਭਲਾ ਕਰ ਰਿਹਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹਨੂੰ ਤੂੰ ਲੋੜਦਾ ਹੈ ਕਿ ਤੈਨੂੰ ਫਲ ਮਿਲ ਜਾਵੇਗਾ, ਕਿਉਂਕਿ ਤੂੰ ਬਾਕੀ ਹੈ, ਤੂੰ ਹੀ ਤਾਂ ਸਮੱਸਿਆ ਹੈ, ਤੂੰ ਹੀ ਤਾਂ ਆਸ ਕਰਦਾ ਹੈ। ਓਨੀ ਦੇਰ ਉਹ ਤੈਨੂੰ ਨਹੀਂ ਮਿਲਦਾ ਜਿੰਨੀ ਦੇਰ ਤੂੰ ਰਤੀ ਭਰ ਵੀ ਬਾਕੀ ਹੈ। ਬਿਲਕੁਲ ਤੈਨੂੰ ਮਾਰਨਾ ਪਵੇਗਾ ਆਪਣੇ ਹੰਕਾਰ ਨੂੰ, ਆਪਣੀ ਲਾਲਸਾ ਨੂੰ, ਭਲੇ ਬਣਨ ਵਾਲੀ ਲਾਲਸਾ ਨੂੰ ਵੀ, ਚਾਹੇ ਉਹ ਭਲੀ ਕਰਦੀ ਕਿਉਂ ਨਾ ਹੋਵੇ। ਉਹ ਤੈਨੂੰ ਮਿਲਣੀ ਹੀ ਨਹੀਂ ਮਾਇਆ ਕੋਲੋਂ। ਜਿਹੜੇ ਸਟੋਰ ਦੇ ਵਿੱਚ ਉਹ ਵਸਤੂ ਹੈ ਹੀ ਨਹੀਂ, ਉਹ ਸਟੋਰ ਦੇ ਕਰਿੰਦੇ ਤੈਨੂੰ ਕਿਵੇਂ ਵੇਚ ਦੇਣਗੇ। ਉਹ ਬਣਦੀ ਹੀ ਨਹੀਂ, ਆਉਣ ਦੀ ਆਸ ਵੀ ਨਹੀਂ, ਕਿਸੇ ਨੇ ਬਣਾਈ ਵੀ ਨਹੀਂ, ਤੇ ਅੱਗੇ ਤੋਂ ਬਣਨ ਵਾਲੀ ਵਸਤੂ ਹੈ ਹੀ ਨਹੀਂ। ਈਗੋਲੈਸ, ਮੈਲੈਸ ਹੋਣ ਦੇ ਲਈ ਤੈਨੂੰ ਪਿਆਰਿਆ ਸਾਹ ਸੋਭਾ ਭਜ ਹਰ ਕੀ ਸ਼ਰਦੀ, ਉਹ ਸੋਭਾ ਜਿਹੜੀ ਸੁਰ ਨਰ ਜਨ ਸਾਰੇ ਲੋਚਦੇ ਫਿਰਦੇ ਨੇ ਕਿ ਰਤੀ ਭਰ ਮਿਲ ਜਾਵੇ, ਉਹ ਮੈਂ ਨੂੰ ਮਾਰ ਕੇ ਹੀ ਮਿਲਣੀ ਹੈ ਤੇ ਉਹ ਹਰੀ ਦੇ ਚਰਨਾਂ ਦੇ ਵਿੱਚੋਂ ਮਿਲਣੀ ਹੈ। ਐਕਸੈਪਟੈਂਸ ਆਪਣੇ ਆਪ ਨੂੰ ਵਾਰ ਕੇ ਮਿਲਣੀ ਹੈ, ਸਮਰਪਣ ਦੇ ਨਾਲ ਹੀ ਮਿਲਣੀ ਹੈ। ਪ੍ਰਭੂ ਪਿਆਰਾ ਭੇਦ ਭਾਵ ਨਹੀਂ ਕਰਦਾ, ਸਾਰਿਆਂ ਨੂੰ ਇੱਕ ਨਜ਼ਰ ਨਾਲ ਤੱਕਦਾ ਹੈ, ਸਾਰਿਆਂ ਉੱਤੇ ਅੰਮ੍ਰਿਤ ਦੀ ਵਰਖਾ ਕਰਦਾ ਹੈ। ਪਰ ਕੁਝ ਉਹਨੂੰ ਪਾ ਲੈਂਦੇ ਹਨ, ਕੁਝ ਪ੍ਰਾਪਤ ਕਰ ਲੈਂਦੇ ਹਨ, ਤੇ ਬਾਕੀ ਖਾਲੀ ਭਾਂਡੇ ਲੈ ਕੇ ਘਰਾਂ ਨੂੰ ਚਲੇ ਜਾਂਦੇ ਹਨ। ਜਿਸ ਤਰ੍ਹਾਂ ਘਰੋਂ ਲੈ ਕੇ ਆਏ ਸੀ ਉਸ ਤਰ੍ਹਾਂ ਦਾ ਖਾਲੀ ਘਰੇ ਲੈ ਕੇ ਚਲੇ ਗਏ, ਕਿਉਂਕਿ ਉਹਨਾਂ ਨੇ ਉਹ ਭਜਨ ਨਹੀਂ ਕੀਤਾ, ਉਹ ਘਾਲਣਾ ਨਹੀਂ ਕੀਤੀ ਜਿਹੜੀ ਪਿਆਰਿਆ ਤੂੰ ਕੀਤੀ ਹੈ ਉਹਨੂੰ ਪਾਉਣ ਦੇ ਲਈ। ਜਦੋਂ ਤੂੰ ਖੇਤਾਂ ਦੇ ਵਿੱਚੋਂ ਗੁਜ਼ਰਿਆ ਤਾਂ ਇੱਕ ਹੀਰਾ ਜਵਾਹਰਾਤ ਦੇਖਿਆ ਡਿੱਗਿਆ ਹੋਇਆ, ਲਾਲ ਤੱਕਿਆ, ਤੇ ਤੂੰ ਇੱਕ ਚਮਕ ਦਮਕ ਵਾਲੀ ਚੀਜ਼ ਸਮਝ ਕੇ ਉੱਥੋਂ ਲੰਘ ਗਿਆ, ਤੈਂ ਉਹਨੂੰ ਚੁੱਕਿਆ ਨਹੀਂ। ਤੇਰੇ ਭਾਗ ਤੈਨੂੰ ਉੱਥੇ ਲੈ ਕੇ ਗਏ ਕਿ ਤੂੰ ਕੀਮਤੀ ਵਸਤੂ ਪਾ ਲੈ, ਪਰ ਤੂੰ ਕੋਲੋਂ ਦੂਸਰੇ ਪਾਸੇ ਮੂੰਹ ਕਰਕੇ ਲੰਘ ਗਿਆ ਕਿ ਤੈਨੂੰ ਪਤਾ ਹੀ ਨਹੀਂ ਸੀ, ਤੈਨੂੰ ਉਹਦੇ ਵਡਮੁੱਲੇਪਣ ਦਾ ਗਿਆਤ ਨਹੀਂ ਸੀ। ਤੇਰੇ ਪਿੱਛੇ ਜੌਹਰੀ ਆ ਰਿਹਾ ਸੀ, ਉਹਨੇ ਚੁੱਕ ਲਿਆ, ਚੁੱਕ ਕੇ ਨਾਲ ਲੈ ਗਿਆ, ਦੇਖਿਆ ਪਰੀਖਿਆ
ਕਿੰਨਾ ਵਡਮੁੱਲਾ ਸੀ। ਮੌਕਾ ਤੈਨੂੰ ਵੀ ਲੱਗਿਆ ਪਰ ਤੂੰ ਸੰਭਾਲ ਨਾ ਸਕਿਆ। ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਉੱਤੇ ਧਿਆਨ ਹੁੰਦਾ ਜਿਹੜੇ ਘਾਲਣਾ ਘਾਲਦੇ ਨੇ। ਗੁਰੂ ਪਿਆਰਿਆ, ਤੇਰੇ ਦਿਲ ਦੇ ਵਿੱਚ ਇਹ ਖਿਆਲ ਹੋਵੇਗਾ, ਇਹ ਤੇਰੇ ਦਿਲ ਦੇ ਵਿੱਚ ਮੁੜ ਮੁੜ ਕੇ ਆਉਂਦਾ ਹੋਵੇਗਾ ਕੁਐਸਚਨ ਮਾਰਕ, ਕਿ ਜੇ ਉਹ ਸਾਰਿਆਂ 'ਤੇ ਦਿਆਲੂ ਹੈ, ਕਿਰਪਾਲੂ ਹੈ, ਇੱਕ ਨਜ਼ਰ ਦਾ ਤੱਕਦਾ ਹੈ, ਫਿਰ ਮਸ਼ੱਕਤ ਕਰਨ ਦੀ ਕੀ ਲੋੜ, ਉਹਦੀ ਭਗਤੀ ਦੀ ਕੀ ਲੋੜ। ਜਦੋਂ ਮਿਲਣਾ ਹੈ ਤਾਂ ਸਾਰਿਆਂ ਨੂੰ ਇੱਕੋ ਜਿਹਾ ਮਿਲ ਜਾਵੇਗਾ। ਇਹ ਤੇਰੀ ਸੋਚ ਦੇ ਵਿੱਚ ਫਰਕ ਹੈ। ਜਿਹੜੇ ਉਹਨੂੰ ਧਿਆਉਂਦੇ ਹਨ ਸ਼ਰਧਾ ਭਾਵਨਾ ਦੇ ਨਾਲ, ਉਹਨਾਂ ਦਾ ਚੇਤਨ ਮਨ ਉਹਨਾਂ ਨੂੰ ਸਿਮਰਦਾ ਹੈ, ਲੋਚਦਾ ਹੈ। ਜਾਂ 8 ਪਹਿਰ ਉਹਨੂੰ ਦਿਲ ਦੇ ਵਿੱਚ ਵਸਾਉਂਦੇ ਹਨ, ਰੱਟ ਲਗਾ ਲੈਂਦੇ ਹਨ। ਤੇਰਾ ਚੇਤਨ ਮਨ ਬੜਾ ਛੋਟਾ ਹੈ। ਚੇਤਨ ਦੇ ਨਾਲ ਧਿਆਇਆ ਪ੍ਰਭੂ ਤੈਨੂੰ ਪ੍ਰਾਪਤ ਨਹੀਂ ਹੋਣਾ। ਤੇਰੀ ਮਸ਼ੱਕਤ ਨਾਲ ਉਹਨੇ ਮਿਲਣਾ ਵੀ ਨਹੀਂ, ਪਰ ਤੇਰੇ ਚੇਤਨ ਮਨ ਦੀ ਆਰਾਧਨਾ ਉਹਨੂੰ ਆਚੇਤ ਮਨ ਤੱਕ ਪਹੁੰਚਾ ਦਿੰਦੀ ਹੈ। ਜਿੱਥੇ ਅਚੇਤ ਮਨ ਸੰਘਰਸ਼ ਕਰਦਾ ਹੈ, ਤੇਰਾ ਅਚੇਤ ਮਨ ਚੇਤਨ ਮਨ ਨਾਲੋਂ 9 ਗੁਣਾ ਵੱਡਾ ਹੈ, ਵਿਰਾਟ ਹੈ। ਜਦੋਂ ਉਹ ਸੰਘਰਸ਼ ਕਰਦਾ ਹੈ, ਉਹ ਤਾਂ ਕਰੀ ਹੀ ਜਾਂਦਾ ਹੈ। ਤੂੰ ਬੇਸ਼ੱਕ ਭੁੱਲ ਜਾਵੇ, ਅਬੇਸਲਾ ਹੋ ਜਾਵੇ, ਉਹਦੀ ਕੋਸ਼ਿਸ਼ ਜਾਰੀ ਰਹਿੰਦੀ ਹੈ। ਮਿਸਾਲ ਵਜੋਂ ਅਸੀਂ ਚੰਗੇ ਭਲੇ ਜਾਣਨ ਵਾਲੇ ਵਿਅਕਤੀ ਦਾ ਨਾਮ ਭੁੱਲ ਜਾਂਦੇ ਹਾਂ। ਬੜਾ ਜ਼ੋਰ ਲਾਉਂਦੇ ਹਾਂ, ਬੜੇ ਨਾਮਾਂ ਨੂੰ ਜ਼ੁਬਾਨ ਦੇ ਉੱਤੇ ਲੈ ਕੇ ਆਉਂਦੇ ਹਾਂ ਕਿ ਉਹਦਾ ਨਾਮ ਇਸ ਤਰ੍ਹਾਂ ਦਾ ਹੋਵੇਗਾ। ਹਜ਼ਾਰਾਂ ਵਾਰ ਉਹ ਨਾਂ ਇਸ ਜ਼ੁਬਾਨ ਉੱਤੇ ਲਿਆ ਹੈ, ਪਰ ਫਿਰ ਵੀ ਭੁੱਲ ਗਏ। ਫਿਰ ਉਹਦਾ ਖਹਿੜਾ ਛੱਡ ਦਿੰਦੇ ਹਾਂ। ਕੀ ਲੈਣਾ, ਨਹੀਂ ਯਾਦ ਆਉਂਦਾ ਤਾਂ ਬਥੇਰੇ ਹੋਰ ਲੋਕ ਯਾਦ ਹਨ, ਫਰਕ ਵੀ ਕੀ ਪੈਣਾ ਹੈ। ਫਿਰ ਕਿਸੇ ਦਿਨ ਮਿੱਤਰਾਂ ਨਾਲ ਗੱਪਾਂ ਮਾਰਦੇ ਹੋਏ ਜਦੋਂ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਤਾਂ ਭੁੱਲਿਆ ਹੋਇਆ ਨਾਮ ਯਾਦ ਆ ਜਾਂਦਾ ਹੈ। ਹੈਰਾਨੀ ਹੁੰਦੀ ਹੈ, ਕਿਉਂਕਿ ਜਦੋਂ ਚੇਤਨ ਮਨ ਦੇ ਨਾਲ ਉਹ ਨਾ ਲੱਭਿਆ, ਨਾ ਮਿਲਿਆ, ਉਹਨੇ ਗਿਵ ਅਪ ਕਰਕੇ ਆਪਣੇ ਅੰਦਰ ਛੁਪੇ ਹੋਏ ਅਚੇਤ ਮਨ ਨੂੰ, ਆਪਣੇ ਗੁਰੂ ਨੂੰ ਸਮਝਾ ਦਿੱਤਾ ਕਿ ਮੇਰੀ ਬੇਬਾਹ ਹੋ ਗਈ, ਹੁਣ ਤੂੰ ਦੇਖ ਲੈ। ਅਚੇਤ ਮਨ ਨੇ ਸੰਘਰਸ਼ ਕੀਤਾ ਤੇ ਨਾਮ ਲੱਭ ਦਿੱਤਾ। ਇਸੇ ਤਰ੍ਹਾਂ ਪਿਆਰਿਆ, ਜਿਹੜੇ ਭਗਤ ਨੇ ਉਹ ਅਚੇਤਨ ਮਨ ਦੇ ਨਾਲ ਉਹਨੂੰ ਸਿਮਰੀ ਜਾਂਦੇ ਹਨ, ਸਿਮਰੀ ਜਾਂਦੇ ਹਨ, ਤੇ ਸਾਰੀ ਦੀ ਸਾਰੀ ਘਾਲਣਾ ਅਚੇਤ ਨੂੰ ਦੇ ਦਿੰਦੇ ਹਨ। ਜਿੱਥੇ ਆਪਣੇ ਆਪ ਬਿਲੀਅਨ ਜਿਲੀਅਨ ਕਰੋੜਾਂ ਅਰਬਾਂ ਵਾਰ ਉਹਨੂੰ ਸਿਮਰਿਆ ਜਾਂਦਾ ਹੈ, ਤੇ ਫਿਰ ਉਹਦੀ ਅਪਾਰ ਕਿਰਪਾ ਦੇ ਨਾਲ, ਪ੍ਰਭੂ ਦੀ ਮਿਹਰ ਦੇ ਨਾਲ ਪ੍ਰਭੂ ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਬੁੱਧ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਪੈਗੰਬਰਾਂ ਦਾ ਰੂਪ ਪਰਮਾਤਮਾ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ। ਜਿਹੜੀ ਵਸਤੂ ਤੇਰੇ ਅੰਦਰ ਛੁਪੀ ਹੈ ਉਹ ਤੇਰੇ ਅੰਦਰੋਂ ਹੀ ਮਿਲਣੀ ਹੈ, ਬਾਹਰੋਂ ਨਹੀਂ। ਸਾਧ ਸੋਭਾ ਭਜ ਹਰ ਕੀ ਸ਼ਰਨੀ, ਜਿਹੜਾ ਚੰਗਾ ਬਣਨ ਦਾ ਤੇਰਾ ਸਪਨਾ,
ਉਹ ਪਿਆਰਿਆ ਵਾਹਿਗੁਰੂ ਦੀ ਪਨਾਹ ਦੇ ਵਿੱਚੋਂ ਹੀ ਮਿਲਣਾ ਹੈ, ਉਹਦੇ ਚਰਨਾਂ ਦੇ ਵਿੱਚੋਂ ਹੀ ਪ੍ਰਾਪਤ ਹੋਣਾ ਹੈ। ਅਨਕ ਅਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਦ ਲਾਏ। ਪਿਆਰਿਆ ਰੋਗਾਂ ਤੋਂ ਬਿਨਾਂ ਹੋਰ ਹੈ ਕੀ? ਦੁਨੀਆ ਸਾਰੀ ਦੁੱਖਾਂ ਦਾ ਘਰ ਹੈ। ਕੋਈ ਵੀ ਪ੍ਰਾਣੀ ਸੁਖੀ ਨਹੀਂ ਹੈ। ਜਿਹਦੇ ਕੋਲ ਕੁਝ ਨਹੀਂ ਦੁਖੀ, ਜਿਹਦੇ ਕੋਲ ਸਭ ਉਹ ਵੀ ਦੁਖੀ। ਜਿਹਦੇ ਸੰਤਾਨ ਹੈ ਨਹੀਂ ਉਹ ਅਵਸ਼ ਦੁਖੀ, ਜਿਹਦੇ ਸੰਤਾਨ ਹੈ ਉਹ ਵੱਧ ਦੁਖੀ। ਨਾਨਕ ਦੁਖੀਆ ਸਭ ਸੰਸਾਰ, ਸਾਰੇ ਹੀ ਦੁਖੀ ਹਨ। ਬਿਮਾਰੀਆਂ ਦੇ ਨਾਮ ਵੱਖਰੇ ਹਨ, ਪਰ ਪੀੜਾ ਇੱਕੋ ਜਿਹੀ ਹੈ। ਕੀ ਫਰਕ ਪੈਂਦਾ ਹੈ ਦੁੱਖ ਦੇ ਨਾਮ ਦਾ, ਬਿਮਾਰੀ ਦੇ ਨਾਮ ਦਾ? ਦਵਾਈਆਂ ਵੱਖਰੀਆਂ ਵੱਖਰੀਆਂ ਹਨ, ਗੋਲੀਆਂ ਸੀਸੀਆਂ ਦੇ ਉੱਤੇ ਲੈਵਲ ਵੱਖਰੇ ਹਨ, ਪਰ ਸਾਰਿਆਂ ਦੀ ਕੋਸ਼ਿਸ਼ ਇਹ ਹੈ ਕਿ ਸਰੀਰ ਸਵੱਸਥ ਹੋ ਜਾਵੇ, ਆਰਾਮ ਆ ਜਾਵੇ। ਨਾਵਾਂ ਦੇ ਵਿੱਚ ਕੀ ਪਿਆ ਹੈ? ਪਰ ਜਿਹੜੀ ਤੈਨੂੰ ਬਿਮਾਰੀ ਹੈ ਉਹ ਸਰੀਰਕ ਬਿਮਾਰੀ ਹੈ ਹੀ ਨਹੀਂ। ਤੈਨੂੰ ਮਾਨਸਿਕ ਬਿਮਾਰੀ ਫਿਕਰ ਦੀ ਹੈ। ਅਸਲ 'ਚ ਤੂੰ ਡਰਦਾ ਹੈ, ਨਾਲੇ ਮੰਨਦਾ ਵੀ ਨਹੀਂ। ਡਰਦਾ ਤੇ ਫਿਰ ਛਪਾਉਂਦਾ ਹੈ। ਇਹ ਤੇਰਾ ਕੋਈ ਦੋਸ਼ ਨਹੀਂ ਹੈ। ਇੱਕ ਸੰਸਾਰੀ, ਇੱਕ ਗ੍ਰਹਿਸਤੀ ਇਸੇ ਤਰ੍ਹਾਂ ਹੀ ਕਰਦਾ ਹੈ। ਜਦੋਂ ਪ੍ਰਭੂ ਦਾ ਇਸ਼ਟ ਪੈਦਾ ਹੁੰਦਾ ਹੈ ਸੰਸਾਰੀ ਦੇ ਮਨ ਦੇ ਵਿੱਚ, ਉਹ ਇਸ ਡਰ ਦੇ ਵਿੱਚੋਂ ਆਜ਼ਾਦ ਹੋ ਜਾਂਦਾ ਹੈ। ਵਿਦਿਆਰਥੀ ਦਾ ਇਹ ਕਸੂਰ ਨਹੀਂ ਹੈ ਕਿ ਉਹਨੂੰ ਪੜ੍ਹਨਾ ਨਹੀਂ ਆਉਂਦਾ। ਅਜੇ ਉਹਨੇ ਸਿੱਖਿਆ ਹੀ ਨਹੀਂ, ਅਜੇ ਸਕੂਲ ਦੇ ਵਿੱਚ ਉਹਨੇ ਦਾਖਲਾ ਹੀ ਨਹੀਂ ਲਿਆ। ਦੂਸਰੇ ਵਿਦਿਆਰਥੀਆਂ ਵਾਂਗੂ ਅੱਵਲ ਆਵੇਗਾ ਜਦੋਂ ਪਹਿਲੀ ਦੇ ਵਿੱਚ ਚਲਾ ਗਿਆ, ਦਾਖਲਾ ਲੈ ਲਿਆ। ਤੇਰਾ ਵੀ ਇਹੀ ਹਾਲ ਹੈ, ਤੈਂ ਅਜੇ ਦਾਖਲਾ ਹੀ ਨਹੀਂ ਲਿਆ। ਰੋਗਾਂ ਦਾ ਸ਼ਿਕਾਰ, ਬੇਸ਼ੁਮਾਰ ਬਿਮਾਰੀਆਂ ਚਿੰਬੜੀਆਂ ਹੋਈਆਂ ਨੇ, ਹਉਮੈ ਦੀਆਂ, ਦੁੱਖਾਂ ਦੀਆਂ, ਤਵਾਂ ਦੀਆਂ, ਸਰੀਰਕ ਰੋਗ, ਮਨ ਦੇ ਰੋਗ, ਤਨ ਦੇ ਰੋਗ। ਸਾਰਾ ਦਿਨ ਦਵਾਈਆਂ ਲਈ ਜਾਂਦਾ। ਜਾਗਣ ਦੀ ਦਵਾਈ, ਸੌਣ ਦੀ ਦਵਾਈ, ਬੈਠਣ ਦੀ ਦਵਾਈ, ਗੱਲਾਂ ਕਰਨ ਦੀ ਦਵਾਈ। ਇਹ ਦਵਾਈਆਂ ਕਿੰਨੀ ਦੇਰ ਤੈਨੂੰ ਬਚਾਉਣਗੀਆਂ ਪਿਆਰਿਆ? ਸੁੱਟ ਦੇ। ਇਹ ਦਵਾਈਆਂ ਦਾ ਲਿਫਾਫਾ ਭਗਾ ਕੇ ਪਰੇ ਮਾਰ। ਇਹ ਤੈਨੂੰ ਬਚਾ ਨਹੀਂ ਸਕਦਾ। ਇਹ ਡਰ ਦੇ ਵਿੱਚ ਸਮੇਟੀਆਂ ਹੋਈਆਂ ਬਿਮਾਰੀਆਂ, ਇਹ ਗੋਲੀਆਂ ਨਹੀਂ ਤੈਨੂੰ ਬਚਾ ਸਕਦੀਆਂ। ਇਹਨਾਂ ਨੂੰ ਗਾਰਬੇਜ ਦੇ ਵਿੱਚ ਸੁੱਟ ਦੇ। ਇੱਕ ਦਵਾਈ ਲੱਭ ਲੈ ਜਿਹੜੀ ਹਰ ਵੇਲੇ ਤੇਰੇ ਲਈ ਉਪਲੱਬਧ ਹੈ, ਹਰ ਵੇਲੇ ਅਵੇਲੇਬਲ ਹੈ। ਤੈਨੂੰ ਪੈਸਾ ਵੀ ਨਹੀਂ ਦੇਣਾ ਪੈਣਾ। ਚੱਲਿਆ, ਤੈਨੂੰ ਪ੍ਰਸਕ੍ਰਿਪਸ਼ਨ ਦੀ ਲੋੜ ਵੀ ਨਹੀਂ। ਡਾਕਟਰ ਸਾਹਿਬਾਨ ਦੇ ਕੋਲ ਜਾਣਾ ਵੀ ਨਹੀਂ ਪੈਣਾ। ਉਹ ਦਵਾਈ ਤੂੰ ਆਪਣੇ ਆਪ ਹੀ ਪ੍ਰਾਪਤ ਕਰ ਸਕਦਾ ਹੈ। ਆਪ ਹੀ ਉਹਦੀ ਪ੍ਰਸਕ੍ਰਿਪਸ਼ਨ ਲਿਖ ਸਕਦਾ ਹੈ ਅਤੇ ਆਪ ਹੀ ਖਰੀਦ ਸਕਦਾ ਹੈ। ਤੂੰ ਆਪਣਾ ਡਾਕਟਰ ਆਪ ਹੀ ਬਣ ਸਕਦਾ ਹੈ। ਉਹ ਨਾਮ ਦੀ ਦਵਾਈ ਹੈ, ਅਵਖਦ ਮੈਡੀਸਨ। ਉਹ ਸਾਰੇ ਰੋਗਾਂ ਦਾ ਇਲਾਜ ਕਰਦੀ ਹੈ। ਆਲ ਇਨ ਵਨ।
ਜਿਵੇਂ ਮਾਸਟਰ ਕੀ ਹੁੰਦੀ ਹੈ, ਜਿਹੜਾ ਮਰਜ਼ੀ ਤਾਲਾ ਹੋਵੇ ਉਹਨੂੰ ਖੋਲ੍ਹ ਦਿੰਦੀ ਹੈ। ਉਹਦੇ ਵਿੱਚ ਇਸ ਤਰ੍ਹਾਂ ਦੀ ਕਾਰਾਗਰੀ ਹੈ ਕਿ ਦੁਨੀਆ ਦਾ ਕੋਈ ਵੀ ਤਾਲਾ ਹੋਵੇ ਉਹਦੇ ਵਿੱਚ ਫਿੱਟ ਆ ਜਾਂਦਾ, ਉਹਦੀ ਪਹੁੰਚ ਤੋਂ ਬਾਹਰ ਨਹੀਂ ਹੈ। ਤੇਰੇ ਕੋਲ ਉਹ ਮਾਸਟਰ ਕੀ ਮੌਜੂਦ ਹੈ। ਉਹ ਦਵਾਈ ਤੇਰੇ ਕੋਲ ਹੈ, ਪਰ ਤੂੰ ਵਰਤਦਾ ਹੀ ਨਹੀਂ। ਉਹ ਦਵਾਈ ਵੱਲ ਝਾਕਦਾ ਵੀ ਨਹੀਂ। ਜਿਵੇਂ ਗੁੱਛਿਆਂ ਦੇ ਗੁੱਛੇ ਚਾਬੀਆਂ ਲਮਕਾਈ ਫਿਰਦਾ, ਇੱਧਰ ਵੀ ਗੁੱਛਾ ਉੱਧਰ ਵੀ ਗੁੱਛਾ, ਸਾਰੀਆਂ ਦੇ ਉੱਤੇ ਲਿਖਿਆ ਹੋਇਆ ਕਿਹੜੇ ਤਾਲੇ ਨੂੰ ਕਿਹੜੀ ਖੋਲ੍ਹਦੀ ਹੈ। ਪਰ ਤੂੰ ਇਹ ਭੁੱਲ ਗਿਆ ਵੀ ਤੇਰੇ ਕੋਲ ਇੱਕ ਮਾਸਟਰ ਕੀ ਵੀ ਹੈ। ਇਹਨੇ ਗੁੱਛੇ ਲਮਕਾਉਣ ਦੀ ਕੀ ਲੋੜ। ਤੇਰੀ ਜਿਹੜੀ ਮਾਸਟਰ ਕੀ ਹੈ ਸਾਰਿਆਂ ਨੂੰ ਖੋਲ੍ਹਣ ਜਾਣਦੀ ਹੈ, ਵਰਤਦਾ ਹੀ ਨਹੀਂ। ਅਵਖਦ ਦਵਾਈ ਲੈਂਦਾ ਹੀ ਨਹੀਂ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਜਿਵੇਂ ਮਲਮ ਸਰੀਰ 'ਤੇ ਲੱਗੇ ਹੋਏ ਜ਼ਖਮ ਦਾ ਇਲਾਜ ਕਰ ਦਿੰਦੀ ਹੈ, ਉਹਦੇ ਸਾਰੇ ਟੌਕਸਿਕ ਐਸਿਡ ਖਿੱਚ ਲੈਂਦੀ ਹੈ ਅਤੇ ਆਪਣੀ ਮਿਠਾਸ ਨਾਲ ਜ਼ਖਮ ਭਰ ਜਾਂਦਾ ਹੈ। ਇਸੇ ਤਰ੍ਹਾਂ ਅਵਖਦ ਦਵਾਈ ਹੈ ਜਿਹੜੀ ਸਾਰੀਆਂ ਬਿਮਾਰੀਆਂ ਨੂੰ ਵਿਨਾਸ਼ ਕਰ ਦੇਵੇਗੀ। ਰੋਗ ਮਿਟੇ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ। ਸਾਰੇ ਖਜ਼ਾਨਿਆਂ 'ਚੋਂ ਉੱਤਮ ਖਜ਼ਾਨਾ, ਵੱਡਾ ਖਜ਼ਾਨਾ ਪਿਆਰਿਆ ਪ੍ਰਭੂ ਦੇ ਨਾਮ ਦਾ ਖਜ਼ਾਨਾ ਹੈ। ਅਨਲਿਮਟਡ, ਅਨਕਾਊਂਟਡ, ਅਨਡਾਕੂਮੈਂਟਡ, ਕੋਈ ਗਿਣਤੀ ਨਹੀਂ ਹੈ। ਜਿਵੇਂ ਦੁਨਿਆਵੀ ਖਜ਼ਾਨਿਆਂ ਦੇ ਵਿੱਚ ਵੱਖਰੇ ਵੱਖਰੇ ਲੈਵਲ, ਨੱਥੀਆਂ ਗੱਥੀਆਂ, ਵੱਖਰੇ ਵੱਖਰੇ ਨੋਟ 5, 10, 20, 50, 100 ਦੇ, ਇਸ ਤਰ੍ਹਾਂ ਉਸ ਖਜ਼ਾਨੇ ਦੀ ਗਿਣਤੀ ਹੁੰਦੀ ਹੈ। ਪਰ ਸਾਰੀਆਂ ਸ੍ਰਿਸ਼ਟੀਆਂ ਦਾ ਖਜ਼ਾਨਾ ਸਰਬ ਨਿਧਾਨ ਉਹ ਹਰੀ ਦੇ ਨਾਮ ਦੇ ਵਿੱਚੋਂ ਮਿਲਦਾ, ਜਿਹੜਾ ਤੇਰੇ ਨਾਲ ਜਾਂਦਾ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਇਹ ਜਿਹੜਾ ਖਜ਼ਾਨਾ ਨਾਮ ਉਚਾਰਨ ਕਰਨ ਦਾ ਹੈ, ਪ੍ਰਭੂ ਦੇ ਗੀਤ ਗਾਉਣ ਦਾ ਹੈ, ਉਹ ਤੇਰੇ ਨਾਲ ਜਾਵੇਗਾ। ਪ੍ਰਭੂ ਦੀ ਦਰਗਾਹ ਦੇ ਵਿੱਚ ਤੇਰਾ ਸਾਥ ਦੇਵੇਗਾ, ਤੈਨੂੰ ਬੰਦੇ ਨੂੰ ਛਡਾਵੇਗਾ, ਆਜ਼ਾਦ ਕਰਵਾਵੇਗਾ ਤੈਨੂੰ ਪਿਆਰਿਆ, ਤੈਨੂੰ ਸੁਤੰਤਰ ਕਰਵਾ ਦੇਵੇਗਾ। ਉਸ ਨਾਮ ਦਾ ਲਾਭ ਹੈ, ਉਹਦਾ ਬੈਨੀਫਿਟ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਜਿਸ ਧਨ ਕੋ 4 ਕੁੰਠ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ। The wealth after which thou runnest in 4 directions, that wealth thou shall obtain by serving God. ਜਿਸ ਸੁਖ ਕੋ ਨਿਤ ਵਾਛੈ ਬੀਤ, ਸੋ ਸੁਖ ਸਾਧੂ ਸੰਗ ਪ੍ਰੀਤ। The peace which thou ever desert, O friend, that peace thou shalt have by loving the guild of saints. ਜਿਸ ਸੋਭਾ ਕੋ ਕਰੇ ਭਲੀ ਕਰਦੀ, ਸਾ ਸੋਭਾ ਭਜ ਹਰ ਕੀ ਸ਼ਰਦੀ। The glory, the dignity for which thou performest good acts, that glory thou shalt find by
hastening to the God by protection, hastening to God for protection. ਅਨੇਕ ਉਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਦ ਲਾਏ. The malady which is not cured by many remedies, that malady is vanished by administrating the medicine of God's name. That is the ਸਰਬ ਰੋਗ ਦਾ ਇਲਾਜ ਹੈ. ਸਰਬ ਨਿਧਾਨ में हर नाम निधान, जप नानक दरगह परवान. Of all the triers, God's name is the best trier. Utter it, O Nanak, and thou shalt be acceptable in God's court. That is the pass to God's court. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ. ਪ੍ਰਾਣੀ ਨੂੰ ਸਮਝਾਇਆ ਹੈ. ਪ੍ਰੀਤਮ ਨੇ ਪ੍ਰਾਣੀ ਨੂੰ ਉਹ ਸੌਖਾ ਰਸਤਾ ਦੱਸਿਆ ਹੈ ਕਿ ਟੱਕਰਾਂ ਨਾ ਮਾਰ. ਡੂ ਨਾਟ ਵੇਸਟ ਯੂਅਰ ਟਾਈਮ. ਤੇਰੇ ਵਰਗੇ ਬਹੁਤ ਆਏ ਨੇ, ਬਹੁਤ ਚਲੇ ਗਏ. ਉਹਨਾਂ ਪਿਆਰਿਆਂ ਨੂੰ ਲੱਭ ਲੈ ਜਿਨ੍ਹਾਂ ਨੇ ਪਾਇਆ. ਸਾਧੂ ਜਨਾਂ ਨੇ ਸਿੱਖ ਲਾ ਉਹਨਾਂ ਤੋਂ ਸੇਵਾ ਦਾ ਤੌਰ ਤਰੀਕਾ, ਕਿ ਸੇਵਾ ਕਿਵੇਂ ਕਰੀਦੀ ਹੈ. ਉਹ ਸੇਵਾ ਦੇ ਵਿੱਚੋਂ ਸ਼ਾਂਤੀ ਪ੍ਰਾਪਤ ਹੋਵੇਗੀ. ਉਸ ਸੇਵਾ ਦੇ ਵਿੱਚੋਂ ਪ੍ਰਭੂ ਅਵਸ਼ ਮਿਲ ਜਾਵੇਗਾ. ਜਿਹੜੇ ਸੁੱਖ ਨੂੰ ਤੂੰ ਲੱਭਦਾ ਫਿਰਦਾ ਹੈ, ਉਹ ਸੁੱਖ ਪਦਾਰਥ ਦੇ ਵਿੱਚ ਨਹੀਂ ਹੈ. ਦੁਨੀਆ ਦੇ ਦੇਸ਼ ਦੇ ਵਿੱਚ ਉਹ ਮਿਲਦਾ ਹੀ ਨਹੀਂ. ਉਹ ਪ੍ਰਭੂ ਦੇ ਦੇਸ਼ ਦੀ ਪ੍ਰੋਡਕਟ ਹੈ ਅਤੇ ਸਾਧੂਆਂ ਦੀ ਕੰਪਨੀ ਦੇ ਨਾਲ ਉਹ ਪ੍ਰਾਪਤ ਹੁੰਦੀ ਹੈ. ਤੂੰ ਸੋਚਦਾ ਹੈ ਕਿ ਮੈਂ ਚੰਗਾ ਕਰ ਲਵਾਂ, ਭਲਾ ਬਣ ਜਾਵਾਂ, ਮੇਰੀ ਸੋਭਾ ਹੋਵੇ, ਚਾਰੇ ਪਾਸੇ ਮੈਨੂੰ ਚੰਗਾ ਭਲਾ ਲੋਕ ਕਹਿਣ. ਇਹ ਵੀ ਤੇਰਾ ਵਹਿਮ ਹੈ. ਇਹ ਵੀ ਤੇਰਾ ਇੱਕ ਸੁਪਨਾ ਹੈ ਜਿਹੜਾ ਪੂਰਾ ਨਾ ਹੋਣ ਵਾਲਾ ਹੈ. ਜਿੰਨੀ ਦੇਰ ਤੇਰੇ ਅੰਦਰ ਰੀਝ ਹੈ, ਇੱਛਾ ਬਾਕੀ ਹੈ ਚੰਗੇ ਬਣਨ ਦੀ, ਭਲਿਆ ਉਹਦੀ ਮਿਹਰ ਤੇਰੇ ਉੱਤੇ ਨਹੀਂ ਆਵੇਗੀ. ਤੂੰ ਭੁੱਲ ਜਾ ਆਪਣੀ ਮੈਂ ਨੂੰ. ਹਰੀ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਦੇ ਚਰਨ ਕਮਲਾਂ ਨੂੰ ਧਿਆ. ਤੇਰੇ ਰੋਗ ਬੇਅੰਤ ਹਨ, ਦਵਾਈਆਂ ਵੀ ਬੇਅੰਤ ਹਨ, ਲਾਭ ਕੋਈ ਹੈ ਨਹੀਂ. ਟੱਕਰਾਂ ਨਾ ਮਾਰ, ਆਪਣਾ ਡਾਕਟਰ ਆਪ ਬਣ ਜਾ. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸਤਿਨਾਮ, ਇੱਕ ਓਂਕਾਰ ਸਤਿਨਾਮ ਦਾ ਰੱਟ ਲਗਾ ਲੈ. ਜਿਵੇਂ ਬੱਚਾ 35 ਸਿੱਖਣ ਵੇਲੇ ਲਗਾਉਂਦਾ, ਦੁਨੀਆ ਨੂੰ ਸਮਝਣ ਦੇ ਲਈ ਰੱਟੇ ਲਗਾਉਂਦਾ ਅਤੇ ਬਾਅਦ ਦੇ ਵਿੱਚ ਉਹ ਗਿਆਨ ਬਣ ਜਾਂਦਾ. ਇਸੇ ਤਰ੍ਹਾਂ ਤੂੰ ਉਹ ਦਵਾਈ ਲੈ ਲੈ ਜਿਹੜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ ਹੈ, ਅਤੇ ਉਹਦਾ ਨਾਮ ਹੈ ਹਰ ਅਵਖਦ ਮੈਡੀਸਨ. ਗੁਰੂ ਪਿਆਰਿਓ, ਵੱਡੇ ਤੋਂ ਵੱਡਾ ਖਜ਼ਾਨਾ ਹਰੀ ਦੇ ਨਾਮ ਦਾ ਹੈ, ਜਿਹੜਾ ਨਾਲ ਜਾਂਦਾ ਹੈ, ਦਰਗਾਹ ਦੇ ਵਿੱਚ ਸਾਥ ਦਿੰਦਾ ਹੈ. ਗੁਰੂ ਪਿਆਰਿਓ, ਅੱਜ ਇੰਨਾ ਹੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.